ਸਾਰਿਆਂ ਨੂੰ ਜੈ ਯਿਸੂ ਮਸੀਹ ਦੀ ਮਸੀਹ ਵਿੱਚ ਮੇਰੇ ਭਰਾਵੋ ਅਤੇ ਭੈਣੋ, ਅੱਜ ਮਾਂ ਕਲੀਸਿਆ ਆਮ ਸਮੇਂ ਦਾ 14ਵਾਂ ਰਵਿਵਾਰ ਮਨਾ ਰਹੀ ਹੈ। ਅੱਜ ਦੇ ਦਿਨ ਦੇ ਦੁਆਰਾ ਅਸੀਂ ਪ੍ਰਭੂ ਨੂੰ ਯਾਦ ਕਰਦੇ ਹੋਏ ਧੰਨਵਾਦ ਆਖੀਏ, ਕਿਉਂ ਜੋ ਪ੍ਰਭੂ ਤੁਹਾਨੂੰ ਮੈਨੂੰ ਬੁਲਾ ਰਿਹਾ ਹੈ ਕਿ ਅਸੀਂ ਹਮੇਸ਼ਾ ਉਸ ਪ੍ਰਭੂ ਦੇ ਨਾਲ ਜੁੜੇ ਰਹਿਣ ਦੀ ਸ਼ਕਤੀ ਵਰਦਾਨ ਮੰਗੀਏ। ਆਵੋ ਪਿਆਰਿਓ, ਅੱਜ ਖਾਸ ਤੌਰ ਤੇ ਇਸ ਵਿਸ਼ਾ ਦੇ ਉੱਤੇ ਮਨਨ ਚਿੰਤਨ ਕਰਨ ਲਈ ਮਾਂ ਕਲੀਸਿਆ ਅਗਵਾਈ ਕਰਦੇ ਹੈ। ਉਹ ਵਿਸ਼ਾ ਇਹ ਹੈ ਕਿ ਅਸੀਂ ਮਸੀਹ ਵਿੱਚ ਜ਼ਿੰਦਗੀ ਗੁਜ਼ਾਰੀਏ। ਪਿਆਰਿਓ, ਇਨ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਪਰੇਸ਼ਾਨੀਆਂ, ਦੁੱਖਾਂ, ਤਕਲੀਫਾਂ ਨੂੰ ਅਨੁਭਵ ਕੀਤਾ ਹੈ। ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਬਹੁਤ ਸਾਰੇ ਲੋਕ ਇਸ ਪ੍ਰਸ਼ਨਾਂ ਨੂੰ ਪੁੱਛਦੇ ਨੇ ਕਿ ਮੇਰੇ ਲਈ, ਤੁਹਾਡੇ ਲਈ ਪ੍ਰਭੂ ਦੀ ਜ਼ਰੂਰਤ ਹੈ। ਜਦ ਸਮੁੱਚੀ ਜਗਤ ਵਿੱਚ ਭਾਵੇਂ गुरुद्वारा वो, मंदिर वो, गिरजाघर वो या और धर्म स्थल वो, सारी जगह बंद होए ने कि किस तरह मैं प्रभु दे कोल जावा कि मेरा जीवन प्रभु दे नाल रह सके। प्यारियो, इन्हां शब्दां नूं, ਪ੍ਰਸ਼ਨਾਵਾਂ ਨੂੰ ਤੁਹਾਡੇ ਮਨ ਵਿੱਚ ਵੀ ਇਸ ਵੇਲੇ ਹਾਜ਼ਰ ਹੈ। ਜ਼ਰੂਰ ਪਿਆਰਿਓ, ਕਦੇ ਵੀ ਇਹ ਨਹੀਂ ਭੁੱਲਣਾ ਹੈ ਕਿ ਤੁਹਾਡਾ ਸਰੀਰ ਪ੍ਰਭੂ ਵੱਲੋਂ ਦਿੱਤੇ ਹੋਏ ਇਹ ਦਾਤ ਹੈ, ਵਰਦਾਨ ਹੈ। ਜਦ ਤੁਸੀਂ ਮਾਂ ਦੇ ਕੁੱਖ ਵਿੱਚ ਸੀ, ਉਸ ਵੇਲੇ ਤੋਂ ਹੁਣ ਤੱਕ ਪ੍ਰਭੂ ਦੀ ਮੌਜੂਦਗੀ ਅਤੇ ਪ੍ਰਭੂ ਤੁਹਾਡੇ ਨਾਲ ਰਹਿਣ ਦਾ ਅਨੁਭਵ ਹੈ। ਕਿਉਂ ਜੋ ਇਸ ਨਾਸ਼ਵਾਨ ਸਰੀਰ ਵਿੱਚ ਪ੍ਰਭੂ ਆਪਣੀ ਫੂਕ ਮਾਰਦੇ ਹੋਏ ਰੂਹ ਦੀ ਸ਼ਕਤੀ ਦੇ ਦੁਆਰਾ ਸਾਡੇ ਇਸ ਨਾਸ਼ਵਾਨ ਸਰੀਰ ਵਿੱਚ ਉਹ ਹਾਜ਼ਰ ਨੇ। ਇਸ ਲਈ ਪਿਆਰਿਓ, ਜੋ ਮਾਂ ਦੇ ਕੁੱਖ ਤੋਂ ਲੈ ਕੇ ਜਦ ਅਸੀਂ ਕਬਰ ਵਿੱਚ ਰੱਖਦੇ ਸਮਾਂ ਤੱਕ ਜਿਹੜੇ ਰੂਹ ਸਾਡੇ ਇਸ ਸਰੀਰ ਵਿੱਚ ਹੈ, ਇਸ ਜਿਸਮ ਵਿੱਚ ਹੈ, ਉਹ ਪ੍ਰਭੂ ਵੱਲੋਂ ਸਾਨੂੰ ਮਿਲੇ ਹੋਏ ਵਰਦਾਨ ਹੈ, ਦਾਤ ਹੈ। ਇਸ ਲਈ ਹਰ ਇੱਕ ਭੈਣ ਭਰਾ, ਭਾਵੇਂ ਉਹ ਕਿਸੇ ਦੇ ਵੀ ਧਰਮ ਤੇ ਭੈਣ ਭਰਾ ਹੋਵੋ, ਹਰ ਮਨ ਵਿੱਚ, ਦਿਲ ਵਿੱਚ ਖੁਦਾ ਵਾਸ ਕਰਦਾ ਹੈ। ਪ੍ਰਭੂ ਸਾਡੇ ਮਨ, ਦਿਲ, ਤਨ ਸਾਰੇ ਵਿੱਚ ਉਹ ਵਾਸ ਕਰਦਾ ਹੈ। ਇਸ ਲਈ ਸੰਤ ਪੌਲੁਸ ਆਖਦੇ ਹਨ ਕਿ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਤੁਹਾਡਾ ਸਰੀਰ ਖੁਦਾ ਦਾ ਮੰਦਰ ਹੈ, ਕਿ ਪ੍ਰਭੂ ਤੁਹਾਡੇ ਅੰਤਰਦਮ ਦੇ ਵਿੱਚ ਉਹ ਵਾਸ ਕਰਦਾ ਹੈ। ਇਸ ਲਈ ਪਿਆਰਿਓ, ਤੁਸੀਂ ਇਹ ਨਾ ਘਬਰਾਓ ਜਾਂ ਨਾ ਡਰੋ ਅਤੇ ਤੁਹਾਡੇ ਮਨ ਵਿੱਚ, ਦਿਲ ਵਿੱਚ ਇਹ ਪ੍ਰਸ਼ਨ ਦੁਬਾਰਾ ਨਾ ਉੱਠੇ ਕਿ ਮੇਰੇ ਅੰਦਰ ਵਿੱਚ ਖੁਦਾ ਵਾਸ ਕਰਦਾ ਜਾਂ ਮੇਰੇ ਲਈ ਖੁਦਾ ਦੀ ਜ਼ਰੂਰਤ ਹੈ। ਪਿਆਰਿਓ, ਹਰ ਦਿਨ, ਹਰ ਘੜੀ, ਹਰ ਵੇਲੇ, ਭਾਵੇਂ ਸੁੱਖ ਹੋ, ਦੁੱਖ ਹੋ, ਕਸ਼ਟ ਹੋ, ਨਸ਼ਟ ਹੋ, जीत वो हार वो, हर वेले हर घड़ी प्रभु साडे नाल नाल रहिंदा है।
ਇਸ ਲਈ ਉਹ ਪ੍ਰਭੂ ਦਾ ਨਾਂ ਹੈ ਇਮੈਨੂਅਲ, ਜਿਸ ਦਾ ਅਰਥ ਹੈ ਖੁਦਾ ਸਾਡੇ ਨਾਲ ਹੈ। ਜਦ ਖੁਦਾ ਸਾਡੇ ਨਾਲ ਰਹਿੰਦਾ ਹੈ ਕਿ ਅਸੀਂ ਵੀ ਖੁਦਾ ਦੇ ਨਾਲ ਚੱਲਣਾ ਹੈ। ਜਦ ਅਸੀਂ ਪ੍ਰਭੂ ਨੂੰ ਅਨੁਭਵ ਕਰ ਸਕਦੇ ਹਾਂ। ਉਸ ਅਨੁਭਵ ਅੱਜ ਪਹਿਲੇ ਪਾਠ ਵਿੱਚ ਇਜ਼ਰਾਈਲੀ ਕੌਮ ਲੋਕ ਅਨੁਭਵ ਕਰ ਰਹੇ ਹਨ ਕਿ ਕਿਸ ਤਰ੍ਹਾਂ ਜਦ ਇਜ਼ਰਾਈਲੀ ਲੋਕ ਉਸ ਬਾਬਿਲੋਨ ਦੀ ਗੁਲਾਮੀ ਵਿੱਚ ਸੀ, ਨਬੀਆਂ ਦੇ ਦੁਆਰਾ, ਰਾਜਾਂ ਦੇ ਦੁਆਰਾ ਅਤੇ ਸਾਡੇ ਪੁਰਖਿਆਂ ਦੇ ਦੁਆਰਾ ਪ੍ਰਭੂ ਨੇ ਉਹਨਾਂ ਨੂੰ ਉਸ ਗੁਲਾਮੀ ਤੋਂ ਬਾਹਰ ਕੱਢ ਕੇ ਔਰ यरूशलेम ਦੇ ਮੰਦਿਰ ਵੱਲ ਲੈ ਆ ਰਹੇ ਹਨ। ਲੇਕਿਨ ਇਸ ਚੁਣੇ ਹੋਏ ਪ੍ਰਜਾ ਇਜ਼ਰਾਈਲੀ ਲੋਕ ਇਹ ਸੋਚ ਵਿਚਾਰ ਕਰਦੇ ਹੋਏ ਸਨ ਕਿ ਇਹਨਾਂ ਨੂੰ ਛੁਟਕਾਰਾ ਦੇਣ ਲਈ, ਦੁਬਾਰਾ ਇਹਨਾਂ ਨੂੰ ਉਸ ਅੱਛੇ ਜ਼ਿੰਦਗੀ ਦੇ ਵਿੱਚ, ਚੰਗੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਇਹਨਾਂ ਨੂੰ ਐਸੇ ਇੱਕ ਮਸੀਹਾ ਆਵੇਗਾ ਜੋ ਉਹ ਰਾਜਨੀਕ ਤੌਰ ਨਾਲ ਉਹਨਾਂ ਨੂੰ ਸ਼ਾਸਨ ਕਰੇਗਾ। ਲੇਕਿਨ ਅੱਜ ਦੇ ਪਹਿਲੇ ਪਾਠ ਵਿੱਚ ਜ਼ਕਰੀਆ ਦੇ ਨਬੀ ਦੇ ਦੁਆਰਾ ਉਹਦਾ 9 ਬਾਬ ਆਇਤ 9 ਅਤੇ 10 ਵਿੱਚ ਅਸੀਂ ਪੜ੍ਹ ਰਹੇ ਹਾਂ ਕਿਸ ਤਰ੍ਹਾਂ ਇਹ ਰਾਜਾ ਪ੍ਰਭੂ ਖੁਦਾ ਆਉਣ ਵਾਲਾ ਮਸੀਹਾ ਦੇ ਬਾਰੇ ਉਹ ਭਵਿੱਖਬਾਣੀ ਕਰਦੇ ਹਨ ਕਿ ਇਹ ਗਧੇ ਦੇ ਬੱਚੇ ਦੇ ਉੱਤੇ ਸਵਾਰਨਗੇ ਅਤੇ ਉਹਦੇ ਸ਼ਾਸਨ ਵਿੱਚ ਸ਼ਾਂਤੀ ਦਾ ਪੈਗਾਮ ਸੁਣਾਇਆ ਜਾਵੇਗਾ। ਇਹ ਅਲੀਮਤਾ ਨੂੰ ਅਤੇ ਪ੍ਰਭੂ ਸਾਡੇ ਨਾਲ ਰਹਿਣ ਦਾ ਇੱਕ ਪ੍ਰਗਟਵਾ ਹੈ ਕਿ ਪ੍ਰਭੂ ਜ਼ਰੂਰ ਉਹ ਇਸ ਦੁਨੀਆ ਚੀਜ਼ਾਂ ਤੋਂ ਉਹ ਵਧ ਰਹੇ ਨੇ ਅਤੇ ਉਹਨਾਂ ਨੂੰ ਪਰਖਣ ਦੀ ਸ਼ਕਤੀ ਇਸ ਛੋਟੇ ਦਿਮਾਗ ਵਿੱਚ ਅਸੀਂ ਨਹੀਂ ਲਾ ਸਕਦੇ ਹਾਂ। ਉਹ ਪ੍ਰਭੂ ਖੁਦਾ ਸਾਡੇ ਨਾਲ ਰਹਿੰਦਾ ਹੈ, ਸਾਨੂੰ ਸੰਭਾਲਦਾ ਹੈ, ਸਾਨੂੰ ਸਿੱਖਿਆ ਦਿੰਦਾ ਹੈ ਕਿ ਮੈਂ ਐਸੇ ਇੱਕ ਖੁਦਾ ਹਾਂ, ਮੈਂ ਉਸ ਤਰ੍ਹਾਂ ਦਾ ਖੁਦਾ ਹਾਂ ਕਿ ਤੁਹਾਡੇ ਨਾਲ ਰਹਿਣ ਵਾਲਾ ਖੁਦਾ ਹਾਂ ਅਤੇ ਮੈਂ ਉਹ ਈਸ਼ਵਰ ਹਾਂ ਅਤੇ ਅਲੀਮਤਾ ਅਤੇ ਸਾਧਾਰਨ ਜ਼ਿੰਦਗੀ ਗੁਜ਼ਾਰਨੇ ਵਾਲਾ ਖੁਦਾ ਹਾਂ। ਜੀ ਹਾਂ ਪਿਆਰਿਓ, ਹਰ ਵੇਲੇ ਹਰ ਘੜੀ ਇਹ ਖੁਦਾ ਸਾਡੇ ਸਾਹਮਣੇ ਉਸ ਸਾਧਾਰਨ ਦੇ ਰੂਪ ਵਿੱਚ ਅਲੀਮਤਾ ਜ਼ਿੰਦਗੀ ਦੇ ਗੁਜ਼ਾਰਦੇ ਹੋਏ ਸਾਡੇ ਨਾਲ ਰਹਿੰਦੇ ਹਨ। ਇਸ ਲਈ ਪਿਆਰਿਓ ਉਹ ਪ੍ਰਭੂ ਪ੍ਰਗਟ ਕਰਦਾ ਹੈ ਉਹਨਾਂ ਵਰਗਾ ਲੋਕ ਕਿ ਅਸੀਂ ਉਸ ਨਿਆਣੇ ਦੇ ਵਾਂਗ, ਬੱਚੇ ਦੇ ਵਾਂਗ ਜਦ ਅਸੀਂ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਸੌਂਪਾਂਗੇ ਪ੍ਰਭੂ ਦੀ ਮਹਿਮਾ ਪ੍ਰਗਟ ਹੁੰਦੀ ਹੈ। ਇਸ ਲਈ ਅੱਜ ਦੇ ਪਾਕ ਅੰਜਲ ਸੰਤ ਮੱਤੀ ਦੇ ਅਨੁਸਾਰ ਉਹਦਾ 11 ਬਾਬ ਆਇਤ 25 ਤੋਂ 30 ਤੱਕ ਅਸੀਂ ਪੜ੍ਹਦੇ ਹਾਂ। ਖਾਸ ਤੌਰ ਤੇ 25 ਆਇਤ ਵਿੱਚ ਪ੍ਰਭੂ ਆਖਦਾ ਹੈ ਬਾਪ ਸਵਰਗ ਤੇ ਧਰਤੀ ਦੇ ਪ੍ਰਭੂ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਇਹਨਾਂ ਗੱਲਾਂ ਨੂੰ ਬੁੱਧੀਮਾਨਾਂ ਅਤੇ ਸਮਝਦਾਰਾਂ ਲੁਕਾ ਰੱਖਿਆ ਅਤੇ ਉਹਨਾਂ ਨੂੰ ਨਿਆਣਿਆਂ ਤੇ ਪ੍ਰਗਟ ਕੀਤਾ ਹੈ। ਜੀ ਹਾਂ ਪਿਆਰਿਓ, ਪ੍ਰਭੂ ਖੁਦਾ ਬੁੱਧੀਮਾਨ ਲੋਕਾਂ ਨੂੰ ਨਹੀਂ ਚੁਣਿਆ ਹੈ, ਵੱਡੇ ਵੱਡੇ ਗਿਆਨੀ ਨੂੰ ਨਹੀਂ ਚੁਣਿਆ ਹੈ ਆਪਣੇ ਭੇਦਾਂ ਨੂੰ ਪ੍ਰਗਟ ਕਰਨ ਲਈ, ਲੇਕਿਨ ਜੋ ਮਨ ਦਿਲ ਸ਼ੁੱਧ ਹੈ, ਬੱਚੇ ਦੇ ਵਾਂਗ ਹੈ, ਨਿਆਣੇ ਦੇ ਵਾਂਗ ਹੈ, ਉਹਨਾਂ ਨੂੰ ਪ੍ਰਗਟ ਕਰਦਾ ਹੈ। ਜਾਂ ਮਤਲਬ ਹੈ, ਭਾਵ ਹੈ ਕਿ ਅਸੀਂ ਦਿਲ ਮਨ ਸਾਧਾਰਨ ਅਤੇ ਨਮਰ ਭਰੀ ਜ਼ਿੰਦਗੀ ਵੱਲ ਅੱਗੇ ਵਧਣਾ ਹੈ। ਇਸ ਲਈ ਪ੍ਰਭੂ ਆਖਦਾ ਹੈ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤਕਲੀਫਾਂ ਬਿਮਾਰੀਆਂ ਦੇ ਕਾਰਨ ਥੱਕੇ ਹੋਏ ਹੋ, ਤੂੰ ਮੇਰੇ ਕੋਲ ਆਓ, ਸਾਰੇ ਮੇਰੇ ਕੋਲ ਆਓ। ਆਇਤ 28 ਵਿੱਚ ਅਸੀਂ ਪੜ੍ਹਦੇ ਹਾਂ ਇਸ ਦੇ ਬਾਬ ਵਿੱਚ, ਮੱਤੀ ਦੇ ਅੰਜਲ 11 ਬਾਬ ਦੇ ਵਿੱਚ, ਹੈ ਧੱਕੇ ਮਾਂਦੇ ਅਤੇ ਬਾਰੇ ਬੋਝ ਹੇਠ ਦੱਬੇ ਹੋਇਓ, ਮੇਰੇ ਕੋਲ ਆਵੋ ਅਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ। ਜੀ ਹਾਂ ਪਿਆਰਿਓ, ਆਰਾਮ ਬਖਸ਼ਣਹਾਰ ਹੈ ਖੁਦਾ ਹੈ। ਇਸ ਲਈ ਉਹ ਖੁਦਾ ਤਸਲੀ ਦੇਣ ਲਈ ਸਾਨੂੰ ਅਗਵਾਈ ਕਰਦਾ ਹੈ। ਇਸ ਲਈ ਪ੍ਰਭੂ ਸਾਨੂੰ ਸੱਦੇ ਹੋਏ ਆਖਦੇ ਹਨ, ਮੇਰੇ ਤੋਂ ਸਿੱਖੋ, ਮੇਰੇ ਤੋਂ ਸਿੱਖੋ, ਕਿਉਂ ਜੋ ਮੈਂ ਅਲੀਮ ਅਤੇ ਦਿਲ ਦਾ ਦੀਨ ਹਾਂ, ਨਾਲੋਂ ਹੀ ਮੇਰਾ ਝੋਲਾ ਸੁਕਲਾ ਅਤੇ ਮੇਰਾ ਬੋਝ ਹੌਲਾ ਹੈ। ਜੀ ਹਾਂ ਪਿਆਰਿਓ,
खुदा साडे दुखां नूं तकलीफां नूं हल्का करदा है ਅਤੇ ਸਾਡੀਆਂ ਬੋਝ ਨੂੰ ਉਹ ਦੂਰ ਕਰਦਾ ਹੈ। ਜੀ ਹਾਂ ਪਿਆਰਿਓ, ਅਸੀਂ ਪ੍ਰਭੂ ਦੇ ਉੱਤੇ ਈਮਾਨ ਰੱਖੇ ਅਤੇ ਪ੍ਰਭੂ ਦੀ ਜੀਵਨ ਨੂੰ ਪਾਵੇ। ਜਦ ਅਸੀਂ ਸਾਡੇ ਤਨ ਮਨ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੌਂਪਦੇ ਹੋਈਏ ਆਸ਼ੀਸ਼ ਮੰਗਾਂਗੇ, ਜ਼ਰੂਰ ਪ੍ਰਭੂ ਦੀ ਆਤਮਾ ਦੀ ਰੂਹ ਦੀ ਸ਼ਕਤੀ ਨਾਲ ਅਸੀਂ ਜੀਵਨ ਗੁਜ਼ਾਰਾਂਗੇ। ਇਸ ਲਈ ਇਹ ਸੰਤ ਪੌਲੁਸ ਅੱਜ ਦੇ ਦੂਜੇ ਪਾਠ ਵਿੱਚ ਰੋਮੀਆਂ ਦੇ 8 ਬਾਬ ਆਇਤ 9 ਤੋਂ 13 ਤੱਕ ਖਾਸ ਤੌਰ ਤੇ 9 ਅਤੇ 13 ਵਚਨ ਵਿੱਚ ਆਖਦਾ ਹੈ, ਪਰ ਤੁਸੀਂ ਤਾਂ ਜਿਸਮ ਵਿੱਚ ਨਹੀਂ ਹੋ ਸਗੋਂ ਰੂਹ ਵਿੱਚ ਹੋ, ਕਿਉਂ ਜੋ ਖੁਦਾ ਦਾ ਰੂਹ ਤੁਹਾਡੇ ਵਿੱਚ ਵਾਸ ਕਰਦਾ ਹੈ। ਔਰ 13 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਕਿਉਂਕਿ ਜੇਕਰ ਤੁਸੀਂ ਜਿਸਮ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਸੀਂ ਮਰੋਗੇ, ਪਰ ਜੇਕਰ ਤੁਸੀਂ ਰੂਹ ਪਾਕ ਦੇ ਵਸੀਲੇ ਸਰੀਰ ਦੇ ਕੰਮਾਂ ਨੂੰ ਮਾਰ ਦੇਵੋਗੇ ਤਾਂ ਤੁਸੀਂ ਜੀਵੋਗੇ। ਜੀ ਹਾਂ ਪਿਆਰਿਓ, ਕਿ ਅਸੀਂ ਹਮੇਸ਼ਾ ਰੂਹ ਵਿੱਚ ਜੀਵਨ ਗੁਜ਼ਾਰਦੇ ਹਾਂ, ਮਸੀਹ ਦੀ ਰੂਹ ਵਿੱਚ ਜ਼ਿੰਦਗੀ ਗੁਜ਼ਾਰਨੇ ਵਾਲੇ ਹਾਂ। ਇਸ ਲਈ ਸਾਡੇ ਅੰਤਰਦਮ ਦਿਲ ਵਿੱਚ ਜ਼ਰੂਰ ਬੁਰਾਈਆਂ ਭਲਾਈਆਂ ਦੋਨੋਂ ਕੰਮਾਂ ਅਸੀਂ ਵੇਖਦੇ ਹਾਂ। ਸਾਡੀ ਭਲਾਈ ਦੇ ਕੰਮਾਂ ਦੇ ਰਾਹੀਂ ਉਸ ਬੁਰਾਈ ਨੂੰ ਖਤਮ ਕਰੇ, ਰੂਹ ਦੀ ਸ਼ਕਤੀ ਨਾਲ ਅਸੀਂ ਉਸ ਬੁਰਾਈ ਸ਼ਕਤੀ ਨੂੰ ਦੂਰ ਕਰੇ ਅਤੇ ਮਸੀਹ ਵਿੱਚ ਰਹਿੰਦੇ ਹੋਈਏ, ਮਸੀਹ ਦੀ ਰੂਹ ਵਿੱਚ ਰਹਿੰਦੇ ਹੋਈਏ ਅਸੀਂ ਜੀਵਨ ਪਾਵਾਂਗੇ। ਉਹ ਜੀਵਨ ਪ੍ਰਭੂ ਦੇਣ ਵਾਲਾ ਹੈ। ਇਸ ਲਈ ਪ੍ਰਭੂ ਆਖਦੇ ਹਨ, ਮੈਂ ਹਾਂ ਜੀਵਨ। ਜੀ ਹਾਂ ਪਿਆਰਿਓ, ਉਹ ਜੀਵਨ ਪ੍ਰਭੂ ਹੀ ਹੈ। ਇਸ ਲਈ ਭਾਵੇਂ ਅਸੀਂ ਦੁੱਖ ਵਿੱਚ ਵੀ ਹੋ, ਤਕਲੀਫ ਵਿੱਚ ਹੋ, ਪਰੇਸ਼ਾਨੀ ਵਿੱਚ ਹੋ, ਰੋਗ ਵਿੱਚ ਹੋ, ਬਿਮਾਰ ਵਿੱਚ ਹੋ, ਸਾਰੇ ਸਮਾਂ ਵਿੱਚ ਪ੍ਰਭੂ ਸਾਡੇ ਨਾਲ ਰਹਿੰਦਾ ਹੈ। ਇਸ ਲਈ ਪ੍ਰਭੂ ਸਦਾ ਦੇ ਰਿਹਾ ਹੈ ਕਿ ਤੁਸੀਂ ਮੇਰੇ ਜੀਵਨ ਨੂੰ ਪਾਓ, ਮੇਰੇ ਨਾਲ ਰਹੋ, ਮੇਰੇ ਸੰਗ ਰਹੋ, ਤਾਂ ਜੋ ਮੈਂ ਤੁਹਾਨੂੰ ਔਰ ਅਧਿਕਾਰਿਕ ਮੇਰੇ ਬਾਪ ਦੇ ਮਰਜ਼ੀ ਅਨੁਸਾਰ ਮੈਂ ਤੁਹਾਨੂੰ ਲੈ ਜਾਵਾਂਗਾ। ਆਓ ਪਿਆਰਿਓ, 14ਵਾਂ ਰਵਿਵਾਰ ਅਸੀਂ ਸਾਰਿਆਂ ਨੂੰ ਉਸ ਮਸੀਹ ਦੀ ਜ਼ਿੰਦਗੀ ਵਿੱਚ ਜੀਵਨ ਗੁਜ਼ਾਰ ਲਈਏ ਸਦਾ ਹੈ। ਆਓ ਸਾਡੇ ਹਰ ਤਰ੍ਹਾਂ ਦੀਆਂ ਲੋੜਾਂ ਨੂੰ, ਜ਼ਰੂਰਤਾਂ ਨੂੰ, ਮਿੰਨਤਾਂ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੌਂਪੀਏ ਅਤੇ ਉਸ ਪ੍ਰਸ਼ਨ ਨੂੰ ਬਾਰ-ਬਾਰ ਦੁਹਰਾਉਂਦੇ ਹੋਈਏ ਇਹ ਆਖੀਏ, ਪ੍ਰਭੂ ਤੇਰੇ ਤੋਂ ਇਹ ਸਾਰੇ ਵਰਦਾਨ ਮਿਲਿਆ ਹੈ, ਇਸ ਲਈ ਮੈਂ ਤੁਹਾਡੇ ਨਾਲ ਰਹਾਂਗਾ, ਭਾਵੇਂ ਮੈਂ ਜੀਵਾਂ ਮਰਾਂ, तेरे लिए जीवा, तेरे लिए मरा। इन शब्दों के राही उस प्रभु ਨੂੰ अनुभव करिए, उस प्रभु की जिंदगी के यात्रा मजबूत बनाने ਲਈ ईश्वर की शक्ति वरदान मंगीए, जिसके राही ਤੁਹਾਡੀ ਜ਼ਿੰਦਗੀ ਵਿੱਚ शांति ਹੋਵੇ, प्रभु का प्यार ਅਤੇ प्रभु की खुशी अनुभव ਕਰਨ ਦਾ ਸਮਾਂ ਹੋਵੇ। ਆਓ ਤੁਹਾਡੇ ਲਈ मैं प्रार्थना करांगा, ਤੁਸੀਂ भी हर एक ਲੋਕਾਂ ਦੇ ਲਈ दुआ करो। इन दिनों ਦੇ ਵਿੱਚ बहुत सारे लोग अपनी जो उम्मीद ਨੂੰ खो बैठे ने ਅਤੇ बहुत सारे गलत रास्ता ਵਿੱਚ अपनी जिंदगी गुजार रहे ने। खास तौर ਤੇ ਜਿਹੜੇ ਲੋग आत्म हत्या ਦੇ ਰਾਹੀ ਅਤੇ बहुत सारे दुख तकलीफां ਦੇ ਰਾਹੀ अपने जीवन ਨੂੰ खो दे रहे ਨੇ। अपने जीवन ਨੂੰ कतल ਕਰਨ ਲਈ भी वो अपने सामने आ रहे हैं। उन्होंने सारे लिए प्रभु के चरणों में रख के दुआ करिए, प्रभु की आत्मा उन्होंने दे उत्ते वो असी सारे प्रभु की रूह की शक्ति विच मसा होकर असी नव जीवन पाने लिए प्रभु के अगे दुआ करिए। प्रभु तुहानू तुहाडी जिंदगी नू नेक बनावे, बाप अते बेटे अते रूह दे नाम उत्ते आमीन। सारियां नू जय यीशु मसीह दी